ਇਹ ਯੂਕਰੇਨ ਦੇਸ਼ ਭਾਰਤ ਦੇ ਵਿੱਚੋਂ ਯੂਰਪ ਦੇ ਅੰਦਰ ਐਂਟਰ ਕਰਨ ਦਾ ਇੱਕ ਬਹੁਤ ਵੱਡਾ ਰਸਤਾ ਗੈਰ ਕਾਨੂੰਨੀ ਪ੍ਰਵਾਸ ਕਰਾਉਣ ਵਾਲੇ ਦਲਾਲਾਂ ਨੇ ਬਣਾ ਕੇ ਰੱਖਿਆ। ਹਾਲਾਂਕਿ ਜਿਹੜੇ 2 ਨੰਬਰ ਦੇ ਵਿੱਚ ਬਾਰਡਰ ਪਾਰ ਕਰਾ ਕੇ ਪੰਜਾਬ ਦੇ ਮੁੰਡਿਆਂ ਨੂੰ, ਭਾਰਤ ਦੇ ਮੁੰਡਿਆਂ ਨੂੰ, ਪਾਕਿਸਤਾਨੀਆਂ ਨੂੰ, ਬੰਗਲਾਦੇਸ਼ੀਆਂ ਨੂੰ, ਆਰਥਿਕ ਤੌਰ ਤੇ ਕਮਜ਼ੋਰ ਮੁਲਕਾਂ ਦੇ ਲੋਕਾਂ ਨੂੰ ਯੂਰਪ ਦੇ ਵਿੱਚ ਵਾੜਨ ਦਾ ਜਿਹੜਾ ਇੱਕ ਧੰਦਾ ਲਗਾਤਾਰ ਚੱਲਦਾ ਸੀ ਤੇ ਅੱਜ ਵੀ ਚੱਲਦਾ ਹੈ, ਉਸ ਧੰਦੇ ਦੇ ਤਹਿਤ ਵੀ ਹੋ ਸਕਦਾ ਹੈ ਕਿ ਪੰਜਾਬ ਦੇ ਕੁਝ ਨੌਜਵਾਨ ਜਿਹੜੇ ਨੇ ਉਹ ਬਿਨਾਂ ਕਿਸੇ ਕਾਗਜ਼ ਪੱਤਰ ਦੇ, ਬਿਨਾਂ ਕਿਸੇ ਰਜਿਸਟ੍ਰੇਸ਼ਨ ਦੇ ਉੱਥੇ ਹੋ ਸਕਦਾ ਹਰਿਆਣੇ ਦੇ ਵੀ ਹੁਣ ਪਾਕਿਸਤਾਨੀ, ਬੰਗਲਾਦੇਸ਼ੀ ਵੀ ਹੋ ਸਕਦੇ ਆ। ਤੁਹਾਡੇ ਆਲੇ ਦੁਆਲੇ ਪਰਿਵਾਰਾਂ ਦੇ ਵਿੱਚ, ਘਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਇਦਾਂ ਦੀਆਂ ਅਣਗਿਣਤ ਕਹਾਣੀਆਂ ਹੋਣੀਆਂ। ਬਹੁਤ ਵਾਰੀ ਸੁਣਿਆ ਕਿੱਥੇ ਆ ਜੀ ਮੁੰਡਾ ਬਾਹਰ ਚਲੇ ਗਿਆ, ਸਾਰਿਆਂ ਨੇ ਵਧਾਈਆਂ ਵੀ ਦੇ ਦੇਣੀਆਂ ਕਿ ਮੁੰਡੇ ਦੀ ਫਲਾਈਟ ਹੋ ਗਈ ਹੈ। ਬਾਅਦ 'ਚ ਪਤਾ ਲੱਗਣਾ ਜੀ ਫਲਾਈਟ ਸਿੱਧੀ ਯੂਰਪ ਦੇ ਕਿਸੇ ਮੁਲਕ, ਜਰਮਨੀ, ਇਟਲੀ, ਆਸਟਰੀਆ, ਫਰਾਂਸ ਦੀ ਨਹੀਂ ਹੋਈ, ਪੁਰਤਗਾਲ ਦੀ ਨਹੀਂ ਹੋਈ। ਮੁੰਡਿਆਂ ਨੂੰ ਪਹਿਲਾਂ ਮਾਸਕੋ ਲੈ ਗਏ ਆ ਜੀ। ਫਿਰ ਹੋ ਸਕਦਾ ਤੁਸੀਂ ਕਦੇ ਸੁਣਿਆ ਹੋਵੇ ਮੁੰਡੇ ਕੀਵ 'ਚ ਆ ਜੀ, ਕਿਉਂਕਿ ਅਸੀਂ ਨਕਸ਼ਾ ਤਾਂ ਦੇਖਦੇ ਹੀ ਨਹੀਂ, ਅਸੀਂ ਉਹ ਗੋਲ ਜਿਹਾ ਗਲੋਬ ਤਾਂ ਦੇਖਦੇ ਨਹੀਂ, ਕੀਵ ਕਿੱਥੇ ਹੈ। ਮੈਨੂੰ ਯਾਦ ਹੈ ਮੇਰਾ ਇੱਕ ਜਾਣਕਾਰ ਕਦੇ ਮੇਰੇ ਨਾਲ ਪੜ੍ਹਦਾ ਹੁੰਦਾ ਸੀ ਪ੍ਰਾਇਮਰੀ ਸਕੂਲ ਦੇ ਵਿੱਚ, ਉਸ ਤੋਂ ਬਾਅਦ ਹਾਈ ਸਕੂਲ ਵੀ 2 ਕਲਾਸਾਂ ਪੜ੍ਹਿਆ, ਫਿਰ ਪੂਰਾ ਨਹੀਂ ਪੜ੍ਹਿਆ। ਉਹ ਕਰਬ ਦੇਸ਼ਾਂ ਦੇ ਵਿੱਚ ਚਲੇ ਗਿਆ, ਉੱਥੋਂ ਇੱਕ ਵਾਰੀ ਵਾਪਸ ਆਇਆ ਤੇ ਕਹਿੰਦਾ ਮੈਂ ਯੂਰਪ ਜਾਣਾ ਸੀ, ਉੱਥੋਂ ਮੈਨੂੰ ਇੱਕ ਏਜੰਟ ਟੱਕਰ ਗਿਆ ਭਾਰਤ ਦਾ, ਉਹ ਮੈਨੂੰ ਨਾ, ਮੈਂ ਮਾਸਕੋ ਤੱਕ ਤਾਂ ਪਹੁੰਚ ਵੀ ਗਿਆ ਸੀ, ਮੈਂ ਇਟਲੀ ਜਾਣਾ ਸੀ, ਉਹ ਕਹਿੰਦਾ ਮੈਂ ਮਾਸਕੋ ਤੱਕ ਪਹੁੰਚ ਗਿਆ, ਉੱਥੋਂ ਗਾਂ ਸੂਤ ਨਹੀਂ ਆਇਆ, ਫਿਰ ਮੈਨੂੰ ਮੁੜਨਾ ਪੈ ਗਿਆ। ਤੁਸੀਂ ਇਹ ਦੇਖੋ ਕਿ ਠੀਕ ਹੈ ਰੂਸ ਦਾ ਮਾਸਕੋ ਵਾਲਾ ਹਿੱਸਾ ਭਾਵੇਂ ਯੂਰਪ ਦੇ ਵਿੱਚ ਹੈ, ਪਰ ਅਸਲ ਲੜਾਈ ਤਾਂ ਉੱਥੋਂ ਗਾਂ ਸ਼ੁਰੂ ਹੁੰਦੀ ਹੈ। ਮਾਸਕੋ ਤਾਂ ਬੰਦਾ ਆਰਾਮ ਨਾਲ ਜਾ ਹੀ ਸਕਦਾ ਹੈ। ਯਾਨੀ ਜਦੋਂ ਅਸੀਂ ਨਕਸ਼ਾ ਨਹੀਂ ਦੇਖਦੇ, ਗਲੋਬ ਨਹੀਂ ਦੇਖਦੇ, ਇਹ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਇੱਕ ਕੰਮ ਚੱਲਦਾ ਰਿਹਾ ਕਿ ਨੈਕਸਸ ਬਣਿਆ ਹੋਇਆ ਸੀ ਕਿ ਸਾਡੇ ਮੁੰਡਿਆਂ ਨੂੰ ਅੱਗੇ ਤੋਂ ਅੱਗੇ ਵੇਚ ਦਿੱਤਾ ਜਾਂਦਾ ਰਿਹਾ। 2 ਨੰਬਰ ਦੇ ਵਿੱਚ ਬਾਰਡਰ ਪਾਰ ਕਰਾਏ ਜਾਂਦੇ ਰਹੇ, ਕਈ ਮਹੀਨੇ ਰੂਸ ਰੱਖਿਆ ਜਾਂਦਾ ਰਿਹਾ, ਯੂਕਰੇਨ ਰੱਖਿਆ ਜਾਂਦਾ ਰਿਹਾ, ਬੇਲਾਰੂਸ ਰੱਖਿਆ ਜਾਂਦਾ ਰਿਹਾ, ਪੋਲੈਂਡ ਦੇ ਵਿੱਚ ਫਸਦੇ ਰਹੇ। ਕਦੇ ਜੀ ਰੂਸ ਦੇ ਬਾਰਡਰ ਪਾਰ ਕਰਦੇ ਆ ਇੰਨੇ ਮੁੰਡੇ ਫੜੇ ਗਏ, ਜੇਲ੍ਹ 'ਚ ਨੇ, ਕੈਂਪਾਂ 'ਚ ਨੇ, ਖਬਰਾਂ ਆਉਂਦੀਆਂ ਸੀ, ਮਾਪੇ ਦੁਹਾਈ ਦਿੰਦੇ ਹੁੰਦੇ ਆ। ਯੂਕਰੇਨ ਦੇ ਵਿੱਚ ਫੜੇ ਗਏ ਜੀ, ਯੂਕਰੇਨ ਤੋਂ ਪੋਲੈਂਡ ਦਾ ਬਾਰਡਰ ਪਾਰ ਕਰਦੇ ਫੜੇ ਗਏ ਜੀ, ਯੂਕਰੇਨ ਤੋਂ ਰੋਮਾਨੀਆ ਦਾ, ਹੰਗਰੀ ਦਾ ਬਾਰਡਰ ਪਾਰ ਕਰਦੇ ਫੜੇ ਗਏ, ਕਿਉਂਕਿ ਜਦੋਂ ਇੱਥੋਂ ਤੋਰਿਆ ਜਾਂਦਾ ਉਦੋਂ ਨਹੀਂ ਕੋਈ ਦੱਸਦਾ। ਹੁਣ ਤੁਸੀਂ ਦੇਖੋ, ਅਸੀਂ ਨਕਸ਼ਾ ਨਾਲ ਦਿਖਾ ਦਿੰਨੇ ਆ, ਹੋ ਸਕਦਾ ਹੈ ਕਿ ਇਸ ਵੇਲੇ ਜਦੋਂ ਲੜਾਈ ਲੱਗੀ ਹੈ ਤਾਂ ਯੂਕਰੇਨ ਦੀਆਂ ਜੇਲ੍ਹਾਂ ਦੇ ਵਿੱਚ, ਯੂਕਰੇਨ ਦੇ ਕੈਂਪਾਂ ਦੇ ਵਿੱਚ ਕੁਝ ਐਸੇ ਪੰਜਾਬੀ, ਹਰਿਆਣਵੀ, ਪਾਕਿਸਤਾਨੀ, ਬੰਗਲਾਦੇਸ਼ੀ, ਸ਼੍ਰੀਲੰਕਨ, ਅਫਗਾਨਿਸਤਾਨ ਦੇ, ਇਰਾਕ ਦੇ ਕੁਝ ਐਸੇ ਨੌਜਵਾਨ ਹੋਣ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਹੋਵੇ ਕਿ ਭਾਈ ਅਸੀਂ ਗੈਰ ਕਾਨੂੰਨੀ ਢੰਗ ਦੇ ਨਾਲ ਪ੍ਰਵਾਸ ਕਰਕੇ ਯੂਰਪ ਪੜਨਾ, ਰਾਹ ਰੂ ਕਿਹੜਾ ਪਤਾ ਹੁੰਦੇ ਆ। ਇੱਥੋਂ ਤਾਂ ਕਹਿੰਦੇ ਜੀ ਕੋਈ ਗੱਲ ਨਹੀਂ, ਤੁਹਾਡੀ ਫਲਾਈਟ ਪਹਿਲਾਂ ਮਾਸਕੋ ਦੀ, ਯੂਕਰੇਨ ਦੀ ਕਰਾਵਾਂਗੇ, ਉਹਦੇ ਤੋਂ ਅਗਲੀ ਸਿੱਧੀ ਫਲਾਈਟ ਉੱਥੇ, ਪਰ ਰਾਹ ਚਲਾਤਾ ਜਾਂਦਾ। ਇਹ ਜਿਹੜੀਆਂ ਅਸੀਂ 2 ਲਾਲ ਲਾਈਨਾਂ ਲਾਈਆਂ, ਮੁੱਖ ਤੌਰ ਤੇ ਕੀਤਾ ਕੀ ਜਾਂਦਾ ਰਿਹਾ, ਤੁਹਾਡੀ ਮੇਰੇ ਨਾਲ ਸਹਿਮਤੀ ਹੋ ਸਕਦੀ ਹੈ, ਪਰ ਇਹ ਰੂਟ ਹੈ ਗੈਰ ਕਾਨੂੰਨੀ ਪ੍ਰਵਾਸ ਦਾ। ਇੱਕ ਥੱਲੇ ਦਿੱਲੀ ਹੈ, ਭਾਰਤ ਦਾ ਨਕਸ਼ਾ ਹੈ, ਹਾਲਾਂਕਿ ਭਾਰਤ ਦਾ ਨਕਸ਼ਾ ਉਹ ਅਧੂਰਾ, ਉੱਪਰਲੇ ਪਾਸੇ ਜੇ ਦੇਖੀਏ ਤਾਂ ਜੰਮੂ ਕਸ਼ਮੀਰ ਦਾ ਇੱਕ ਹਿੱਸਾ ਜਿਹੜਾ ਕਿ ਪਾਕਿਸਤਾਨ ਨੇ ਆਪਣੇ ਕਬਜ਼ੇ ਦੇ ਵਿੱਚ ਲਿਆ, ਉਹ ਦੂਸਰੇ ਤਰੀਕੇ ਦਾ। ਇਹ ਲਾਲ ਲਾਈਨ ਜਿਹੜੀ ਲਾਈ ਹੋਈ ਹੈ, ਉਸ ਲਾਲ ਲਾਈਨ ਦੇ ਨਾਲ ਇੱਕ ਮਾਸਕੋ ਨੂੰ ਜਾਂਦੀ ਹੈ, ਉੱਪਰ ਰੂਸ ਦੀ ਰਾਜਧਾਨੀ ਨੂੰ, ਇੱਥੋਂ ਫਲਾਈਟ ਮਾਸਕੋ ਦੀ ਕਰਾਤੀ ਜਾਂਦੀ ਹੈ। ਦੂਸਰੀ ਹੇਠਲੀ ਲਾਲ ਲਾਈਨ ਯੂਕਰੇਨ ਨੂੰ ਜਾਂਦੀ ਹੈ, ਕੀਵ ਨੂੰ। ਇੱਕ ਭਾਰਤ ਤੋਂ ਫਲਾਈਟ ਇਦਾਂ ਕਰਾਤੀ ਜਾਂਦੀ ਹੈ, ਪਾਕਿਸਤਾਨ ਤੋਂ, ਬੰਗਲਾਦੇਸ਼ ਤੋਂ, ਸ਼੍ਰੀਲੰਕਾ ਤੋਂ। ਹੁਣ ਅਸੀਂ ਦੂਸਰਾ ਨਕਸ਼ਾ ਦਿਖਾਉਨੇ ਆ। ਪਹਿਲਾਂ ਇੱਕ ਵੀਜ਼ਾ ਲਵਾ ਕੇ ਉਧਰਲੇ ਪਾਸੇ ਤੋਰ ਦਿੱਤਾ ਜਾਂਦਾ ਹੈ, ਉਹਦੇ ਤੋਂ ਬਾਅਦ ਫਿਰ ਅਗਲੇ ਰੂਟ ਨੇ। ਹੋ ਸਕਦਾ ਹੈ ਕਿ ਤੁਹਾਡੇ ਆਸ-ਪਾਸ ਦੇ ਲੋਕ ਇੱਥੇ ਖੱਜਲ ਹੁੰਦੇ ਰਹੇ, ਹੁਣ ਬਹੁਤ ਸਾਰੇ ਪਹੁੰਚੇ ਵੀ ਹੈ। ਤੁਸੀਂ ਇਹ ਦੇਖੋ ਕਿ ਇੱਕ ਜਿਹੜੀ ਨੀਲੀ ਲਾਈਨ ਜਾਂਦੀ ਹੈ ਉਹ ਮਾਸਕੋ ਹੈ, ਰੂਸ ਦੀ ਰਾਜਧਾਨੀ। ਇੱਕ ਫਲਾਈਟ ਉੱਥੇ ਦੀ ਕਰਾ ਦਿੱਤੀ ਜਾਂਦੀ ਹੈ ਕਿ ਭਾਈ ਠੀਕ ਹੈ ਮਾਸਕੋ, ਫਿਰ ਇੱਕ ਕਮਰੇ 'ਚ ਬੰਦ ਕਰ ਦਿਓ ਜੀ। ਸ਼ਿਵਚਰਨ ਜੱਗੀ ਕੁੱਸੇ ਦੇ ਨਾਵਲ ਵੀ ਨੇ, ਇੰਗਲੈਂਡ ਦੇ ਵਿੱਚ ਰਹਿੰਦਾ ਸੱਜਣ, ਲੇਖਕ, ਵੱਡਾ ਬੰਦਾ। ਸ਼ਿਵਚਰਨ ਜੱਗੀ ਕੁੱਸੇ ਹੋਰਾਂ ਦੇ ਨਾਵਲਾਂ ਦੇ ਵਿੱਚ ਵੀ ਉਹਨਾਂ ਨੇ ਬੜਾ ਲਿਖਿਆ ਕਿ ਕਿਸ ਤਰੀਕੇ ਦੇ ਨਾਲ 2 ਨੰਬਰ ਦੇ ਵਿੱਚ ਕੰਮ ਚੱਲਦਾ। ਬਹੁਤ ਸਾਰੀਆਂ ਕਿਤਾਬਾਂ ਲਿਖੀਆਂ, ਰਿਪੋਰਟਸ ਬਣੀਆਂ। ਹੁਣ ਮਾਸਕੋ ਤੋਂ ਜਿਹੜੀ ਨੀਲੀ ਲਾਈਨ ਆ ਥੱਲੇ, ਇੱਕ ਰੂਟ ਪਹਿਲਾਂ ਇਹ ਵਰਤਿਆ ਜਾਂਦਾ ਰਿਹਾ ਕਿ ਮਾਸਕੋ ਤੋਂ ਬਾਰਡਰ ਫਿਰ ਪਾਰ ਕਰਾਇਆ ਜਾਂਦਾ ਯੂਕਰੇਨ ਦਾ। ਜਿਹੜੀ ਨੀਲਾ ਐਰੋ ਲੱਗਾ, ਨੀਲਾ ਤੀਰ ਲੱਗਾ ਹੋਇਆ, ਉਹ ਪਹਿਲਾਂ ਜੀ ਕਾਰ 'ਚ ਲੈ ਜਾਂਦੇ ਆ। ਤੁਸੀਂ ਇਹ ਬਹੁਤ ਸਾਰੀਆਂ ਸਟੋਰੀਆਂ ਸੁਣੀਆਂ ਹੋਣਗੀਆਂ, ਪੜ੍ਹੀਆਂ ਹੋਣਗੀਆਂ ਕਿ ਜੀ ਉਹ ਸਾਨੂੰ ਫਿਰ ਕਾਰ 'ਚ ਲੈ ਗਏ, ਫਿਰ ਉਹਨਾਂ ਨੇ ਬਾਰਡਰ ਦੇ ਨੇੜੇ ਜਾ ਕੇ ਸਾਨੂੰ ਤਾਰ ਦਿੱਤਾ, ਫਿਰ ਡੌਂਕੀ ਲਵਾਈ, ਫਿਰ ਅਸੀਂ ਯੂਕਰੇਨ 'ਚ ਵੜ ਗਏ। ਕਈ ਯੂਕਰੇਨ 'ਚ ਵੜਦੇ ਫੜੇ ਜਾਂਦੇ ਆ। ਹੁਣ ਤਾਂ ਚਲੋ ਲੜਾਈ ਲੱਗੀ ਆ ਉੱਥੇ, ਮੈਂ ਲੜਾਈ ਤੋਂ ਪਹਿਲਾਂ ਦੀ ਗੱਲ ਕਰਦਾ। ਕਈ ਯੂਕਰੇਨ 'ਚ ਵੜਦੇ, ਮਾਸਕੋ ਵਾਲੇ, ਰੂਸ ਵਾਲੇ ਫੜ ਲੈਂਦੇ ਆ।
ਕਈ ਯੂਕਰੇਨ ਦੇ ਅੰਦਰ ਫੜੇ ਜਾਂਦੇ ਆ ਕਿਉਂਕਿ ਉਹਨਾਂ ਦੇ ਕੋਲੇ ਕਾਗਜ਼ ਪੱਤਰ ਕੋਈ ਨਹੀਂ ਹੁੰਦਾ। ਫਿਰ ਕੈਂਪਾਂ ਦੇ ਵਿੱਚ, ਜੇਲ੍ਹਾਂ ਦੇ ਵਿੱਚ ਰਹਿੰਦੇ ਆ, ਕਾਗਜ਼ ਪੱਤਰ ਨਹੀਂ ਨਾ ਹੁੰਦਾ। ਉਹਨਾਂ ਦਾ ਟੀਚਾ ਯੂਕਰੇਨ ਜਾਣਾ ਨਹੀਂ ਹੁੰਦਾ, ਕਿਉਂਕਿ ਫਿਰ ਯੂਕਰੇਨ ਤੋਂ ਬਾਅਦ ਉਹਨਾਂ ਨੂੰ ਕਿਸੇ ਹੋਰ ਏਜੰਟ ਨੂੰ ਸੌਂਪ ਦਿੱਤਾ ਜਾਂਦਾ। ਫਿਰ ਇੱਕ ਬਹੁਤ ਵੱਡਾ ਰੂਟ ਹੈ ਕਿ ਪੋਲੈਂਡ ਬਾੜ ਦਿਓ। ਹੁਣ ਅਗਲਾ ਨੀਲਾ ਨਿਸ਼ਾਨ ਐਰੋ ਤੀਰ ਉਹ ਪੋਲੈਂਡ ਨੂੰ ਜਾਂਦਾ ਹੈ। ਫਿਰ ਯੂਕਰੇਨ ਦੇ ਵਿੱਚੋਂ ਕਹਿੰਦੇ ਹੋ ਜੀ 12 ਘੰਟੇ ਫਿਰ ਸਾਨੂੰ ਕਾਰਕੂਰ ਦੇ ਵਿੱਚ, ਬੱਸ ਦੇ ਵਿੱਚ ਉਹਨਾਂ ਨੇ ਥੱਲੇ ਬਾੜ ਦਿੱਤਾ, 10-12 ਘੰਟੇ ਸਫ਼ਰ ਕੀਤਾ, ਫਿਰ ਪੋਲੈਂਡ ਦਾ ਬਾਰਡਰ ਆ ਜਾਂਦਾ। ਦੂਸਰਾ ਨੀਲਾ ਤੀਰ ਦਾ ਨਿਸ਼ਾਨ ਜਿਹੜਾ ਲੱਗਾ, ਫਿਰ ਉੱਥੇ ਬਾਰਡਰ ਦੇ ਕੋਲ ਜੰਗਲਾਂ ਦੇ ਵਿੱਚ ਤੁਰੇ ਜਾਓ ਜੀ। ਕੋਈ ਬਾਰਡਰ ਪਾਰ ਕਰ ਜਾਂਦਾ, ਕੋਈ ਫੜਿਆ ਜਾਂਦਾ ਹੈ। ਜਿਹੜਾ ਯੂਕਰੇਨ ਵਾਲੀ ਫੌਜ ਫੜ ਲੈਂਦੀ ਹੈ ਉਹ ਫਿਰ ਕੈਂਪਾਂ 'ਚ ਰੱਖਦੀ ਹੈ। ਕਈ ਪੋਲੈਂਡ ਦੇ ਅੰਦਰ ਵੜ ਕੇ ਫੜੇ ਜਾਂਦੇ ਨੇ। ਫਿਰ ਨੀਲਾ ਨਿਸ਼ਾਨ ਉਹ ਦੇਖੋ ਪੋਲੈਂਡ ਤੱਕ ਜਾਂਦਾ ਹੈ। ਇੱਕ ਰੂਟ ਇਹ ਹੈ ਕਿ ਰੂਸ ਤਾਰ ਦਿੱਤੇ ਜਾਂਦੇ ਨੇ ਨੌਜਵਾਨ, 2-2 3-3 ਮਹੀਨੇ ਲੱਗ ਜਾਂਦੇ ਆ। ਫਿਰ ਡੌਂਕੀਆਂ ਲਵਾ ਕੇ ਯੂਕਰੇਨ ਪਹਿਲਾ ਬਾਰਡਰ ਪਾਰ ਕਰਾਓ, ਫਿਰ ਦੂਸਰਾ ਬਾਰਡਰ ਪੋਲੈਂਡ ਦਾ ਪਾਰ ਕਰਾਉਂਦੇ ਆ 2 ਨੰਬਰ 'ਚ। ਉਹਦੇ ਤੋਂ ਬਾਅਦ ਫਿਰ ਪੋਲੈਂਡ ਤੋਂ ਅੱਗੇ ਤੁਸੀਂ ਜਰਮਨੀ ਵਾੜ ਦਿੰਦੇ ਆ, ਕਿਉਂਕਿ ਜਰਮਨੀ ਦੇ ਵਿੱਚ ਰੁਪਈਏ ਚੰਗੇ ਬਣਦੇ ਆ, ਉਹ ਸਟ੍ਰਿਕਟ ਬੜੇ ਨੇ। ਪਰ ਉੱਥੋਂ ਫਿਰ ਜਰਮਨੀ ਤੋਂ ਪੇਪਰ ਨਹੀਂ ਬਣਦੇ, ਥੱਲੇ ਆਸਟਰੀਆ ਆ ਜਾਓ, ਥੱਲੇ ਜਿੱਥੇ ਮਿਲਾਨ ਲਿਖਿਆ ਇਟਲੀ ਨੂੰ ਚਲੇ ਜਾਓ, ਕੋਈ ਫਰਾਂਸ ਚਲੇ ਜਾਂਦਾ ਹੈ, ਫਰਾਂਸ ਤੋਂ ਅੱਗੇ ਇੰਗਲੈਂਡ ਹੈ। ਉੱਥੋਂ ਫਿਰ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕਿਸ ਤਰੀਕੇ ਡੌਂਕੀਆਂ ਲੱਗਦੀਆਂ। ਦੂਸਰਾ ਰੂਟ ਜਿਹੜਾ ਹੈ ਉਹ ਸਿੱਧੇ ਨਿਆਣੇ ਯੂਕਰੇਨ ਵੀ ਜਾਂਦੇ ਆ, ਜਿੱਥੇ ਪਹਿਲਾ ਨੀਲਾ ਨਿਸ਼ਾਨ ਖਤਮ ਹੁੰਦਾ ਹੈ। ਕਈ ਵਾਰੀ ਯੂਕਰੇਨ ਵੀ ਲੈ ਜਾਂਦੇ ਆ, ਉਹ ਵਿਜ਼ਟਰ ਵੀਜ਼ਾ ਲਵਾ ਕੇ ਵੀ ਲੈ ਜਾਂਦੇ ਆ, ਉਹ ਕਿਸੇ ਹੋਰ ਢੰਗ ਤਰੀਕੇ ਵੀ ਯੂਕਰੇਨ ਪਹਿਲਾਂ ਲਾ ਦੇਣਾ, ਫਿਰ ਉੱਥੋਂ ਅੱਗੇ ਟਰਾਈ ਕਰਨੀ ਆ ਭਾਈ ਆਪਾਂ ਪੋਲੈਂਡ ਲੈ ਜਾਈਏ, ਪੋਲੈਂਡ ਤੋਂ ਅੱਗੇ ਜਰਮਨੀ, ਵੱਖ-ਵੱਖ ਏਜੰਟਾਂ ਨੂੰ ਅੱਗੇ ਵੇਚ ਦਿੱਤਾ ਜਾਂਦਾ ਹੈ। ਤੁਹਾਨੂੰ ਯਾਦ ਹੋਣਾ ਹੈ ਕਈ ਵਾਰੀ ਹੁੰਦਾ ਜੀ, ਸਾਨੂੰ ਮੁੰਡਾ ਕਹਿੰਦਾ ਜੀ ਮੈਂ ਇੱਥੇ ਕੈਂਪ 'ਚ ਬੈਠਾ ਹਾਂ, ਇੱਥੋਂ ਅੱਗੇ ਨਹੀਂ ਤੋਰਦੇ, ਹੁਣ ਹੋਰ ਪੈਸੇ ਮੰਗਦੇ ਆ। ਅਗਲੇ ਕਹਿੰਦੇ ਜੀ ਪੈਸੇ ਪਵਾ ਦਿਓ, ਇਸ ਬੰਦੇ ਨੂੰ ਇੱਥੇ ਭਿਜਵਾ ਦਿਓ, ਤੁਹਾਨੂੰ ਅੱਗੇ ਡੌਂਕੀ ਲਵਾ ਦਿੰਦੇ ਆ। ਸਾਲਾਂ ਬੱਧੀ ਜੇਲ੍ਹਾਂ 'ਚ ਸੜੇ ਮੁੰਡੇ, ਬਾਰਡਰਾਂ ਦੇ ਉੱਤੇ ਮਰੇ ਸਾਡੇ ਮੁੰਡੇ। ਹੁਣ ਯੂਕਰੇਨ ਤੋਂ ਇੱਕ ਥੱਲੇ ਨੂੰ ਸੰਤਰੀ ਰੰਗ ਦਾ ਤੀਰ ਆਉਂਦਾ ਹੈ। ਇਹ ਦੂਸਰਾ ਰੂਟ ਹੈ ਕਿ ਯੂਕਰੇਨ ਤੋਂ ਰੋਮਾਨੀਆ ਜਾਂ ਹੰਗਰੀ ਦੀ ਸਰਹੱਦ ਪਾਰ ਕਰਾ ਦਿਓ, ਡੌਂਕੀ ਲਵਾ ਦਿਓ। ਯੂਕਰੇਨ ਤੋਂ ਰੋਮਾਨੀਆ ਬਾੜ ਦਿਓ, ਰੋਮਾਨੀਆ ਤੋਂ ਹੰਗਰੀ ਤੋਂ ਹੁੰਦੇ ਹੋਏ ਆਸਟਰੀਆ ਚਲੇ ਜਾਓ। ਸਾਲ 2-2 ਸਾਲ ਵੀ ਮੁੰਡੇ ਪਹਿਲਾਂ ਇੱਕ ਬਾਰਡਰ ਤੇ ਫੜੇ ਗਏ, ਫਿਰ ਉਹਨਾਂ ਨੇ ਪਿੱਛੇ ਧੱਕ ਦਿੱਤੇ, ਕੈਂਪਾਂ 'ਚ ਰੱਖੇ, ਫਿਰ ਦੂਜੀ ਵਾਰੀ ਟਰਾਈ ਕੀਤੀ। ਹੁਣ ਆਹ ਜਿਹੜਾ ਸੰਤਰੀ ਰੰਗ ਦਾ ਨਿਸ਼ਾਨ ਹੈ ਕਿ ਯੂਕਰੇਨ ਤੋਂ ਰੋਮਾਨੀਆ ਦਾ ਬਾਰਡਰ ਵੀ ਪਾਰ ਕਰਾਤਾ ਜਾਂਦਾ ਹੈ, ਫਿਰ ਹੰਗਰੀ ਤੇ ਆਸਟਰੀਆ ਵਾਲੇ ਪਾਸੇ ਕੋਸ਼ਿਸ਼ ਕੀਤੀ ਜਾਂਦੀ ਹੈ। ਫਿਰ ਤੁਸੀਂ ਦੇਖੋ ਕਿ ਸੰਤਰੀ ਰੰਗ ਦਾ ਆਖਰੀ ਤੀਰ ਜਿਹੜਾ ਹੈ ਉਹ ਮਿਲਾਨ ਵਾਲੇ ਪਾਸੇ ਨੂੰ ਜਾਂਦਾ ਹੈ। ਮਿਲਾਨ ਇਟਲੀ ਦਾ ਸ਼ਹਿਰ ਹੈ, ਕਿਉਂਕਿ ਮੰਨਿਆ ਜਾਂਦਾ ਕਿ ਪੁਰਤਗਾਲ ਤੇ ਇਟਲੀ ਦੇ ਵਿੱਚ ਯੂਰਪ 'ਚ ਪੇਪਰ ਤੁਸੀਂ 2-4-5 ਸਾਲ ਧੱਕੇ ਖਾਓ ਤਾਂ ਬਣ ਜਾਂਦੇ ਆ, ਕੋਈ ਨਾ ਕੋਈ ਢੋ ਮੇਲਾ ਜਗਾੜ ਲੱਗ ਜਾਂਦਾ ਹੈ। ਜਾਂ ਦੂਸਰੇ ਸ਼ਬਦਾਂ 'ਚ ਕਹੀਏ ਤਾਂ ਜਰਮਨ ਦੇ ਵਿੱਚ ਜਿੱਦਾਂ ਸਖਤੀ ਬਹੁਤ ਹੈ, ਚੈਕਿੰਗ ਬੜੀ ਹੁੰਦੀ ਹੈ, ਪਰ ਇਟਲੀ ਦੇ ਵਿੱਚ ਚੈਕਿੰਗ ਮੁਕਾਬਲਤਨ ਘੱਟ ਹੈ ਤੇ ਉੱਥੇ ਫਿਰ ਕੰਮ ਤੇ ਲੱਗ ਜਾਂਦੇ ਨੇ। ਸੋ ਦੂਸਰਾ ਰੂਟ ਹੈ ਜੀ ਯੂਕਰੇਨ ਤੋਂ ਰੋਮਾਨੀਆ, ਹੰਗਰੀ, ਆਸਟਰੀਆ ਤੋਂ ਹੁੰਦੇ ਹੋਏ ਇਟਲੀ ਵਾਲੇ ਪਾਸੇ ਨੂੰ ਤੋਰ ਦਿੱਤਾ ਜਾਂਦਾ ਹੈ। ਆਪਾਂ ਪਿਛਲੇ ਦਿਨੀ ਇੱਕ ਰਿਪੋਰਟ ਦਿਖਾਈ ਸੀ, ਕੁਝ ਵੀਡੀਓਜ਼ ਵੀ ਦਿਖਾਈਆਂ ਸੀ। ਹੁਣ ਲਾਲ ਰੰਗ ਦੇ ਨਿਸ਼ਾਨ ਤੇ ਆਓ। ਆਪਾਂ ਤੁਹਾਨੂੰ ਦੱਸਿਆ ਸੀ ਕਿ ਲਿਥੁਆਨੀਆ ਦੇ ਵਿੱਚ ਕੈਂਪਾਂ ਦੇ ਵਿੱਚ ਸਾਡੇ ਮੁੰਡੇ ਫਸੇ ਹੋਏ ਨੇ। ਉਹ ਕਹਿੰਦੇ ਜੀ ਹੁਣ ਬਰਫ਼ ਪੈਣ ਲੱਗ ਪਈ, ਔਖਾ ਹੋ ਗਿਆ ਕੰਮ। ਮਾਸਕੋ ਪਹਿਲਾਂ ਲੈ ਜਾਂਦੇ ਆ, ਰੂਸ ਜਿੱਥੋਂ ਲਾਲ ਤੀਰ ਪਹਿਲਾਂ ਸ਼ੁਰੂ ਹੁੰਦਾ, ਜਿੱਥੇ ਰਸ਼ੀਆ ਲਿਖਿਆ, ਉੱਥੋਂ ਫਿਰ ਬੇਲਾਰੂਸ ਦਾ ਬਾਰਡਰ ਪਾਰ ਕਰਾਉਂਦੇ ਆ, ਕਿਉਂਕਿ ਬੇਲਾਰੂਸ ਤੇ ਰਸ਼ੀਆ ਇਸ ਲੜਾਈ 'ਚ ਵੀ ਇੱਕ ਨੇ। ਉਹਨਾਂ ਦੇ ਬਾਰਡਰ ਦੇ ਉੱਤੇ ਬਹੁਤੀ ਸਖਤੀ ਨਹੀਂ ਹੈਗੀ ਹੈ। ਤੁਸੀਂ ਬਿਨਾਂ ਵੀਜ਼ੇ ਤੋਂ ਕਿਸੇ ਵੀ ਦੇਸ਼ ਦੇ ਵਿੱਚ ਦਾਖਲ ਹੋਣਾ, ਤੁਸੀਂ ਕਿਹੜਾ ਸੜਕੀ ਰਸਤੇ ਕਾਰ 'ਚ ਬਹਿ ਕੇ ਦਾਖਲ ਹੋਣਾ, ਤੁਹਾਨੂੰ ਟਰੱਕਾਂ 'ਚ ਵਾੜ ਕੇ, ਤੁਹਾਨੂੰ ਜਿਹੜਾ ਉਹ ਪਹਾੜਾਂ ਦੇ ਵਿੱਚੋਂ ਦੀ ਹੋ ਕੇ ਉਧਰ ਲੈ ਜਾਇਆ ਜਾਂਦਾ ਹੈ। ਸੋ ਮਾਸਕੋ ਤੋਂ ਪਹਿਲਾਂ ਬੇਲਾਰੂਸ ਲੈ ਜਾਂਦੇ ਆ, ਉਹਦੇ ਤੋਂ ਬਾਅਦ ਫਿਰ ਲਿਥੁਆਨੀਆ ਜਿਹੜਾ ਉੱਪਰਲੇ ਪਾਸੇ ਨੂੰ ਦੂਜਾ ਲਾਲ ਤੀਰ ਲੱਗਾ ਹੋਇਆ, ਫਿਰ ਲਿਥੁਆਨੀਆ ਦਾ ਬਾਰਡਰ ਪਾਰ ਕਰਾਇਆ ਜਾਂਦਾ ਹੈ। ਉੱਥੇ ਬਹੁਤ ਸਾਰੇ ਮੁੰਡੇ ਫੜੇ ਜਾਂਦੇ ਆ। ਇਸ ਵੇਲੇ ਵੀ ਭਾਵੇਂ ਲਿਥੁਆਨੀਆ ਇਸ ਜੰਗ ਦਾ ਹਿੱਸਾ ਨਹੀਂ, ਪਰ ਉੱਥੇ ਵੀ ਕੈਂਪਾਂ ਦੇ ਵਿੱਚ ਬਹੁਤ ਸਾਰੇ ਮੁੰਡੇ ਅੱਜ ਦੀ ਤਰੀਕ 'ਚ ਵੀ ਬੈਠੇ ਆ। ਉੱਥੋਂ ਫਿਰ ਪੋਲੈਂਡ ਆਇਆ ਜਾਂਦਾ। ਤੀਸਰਾ ਲਾਲ ਨਿਸ਼ਾਨ ਦੇਖੋ, ਇੱਕ ਯੂਕਰੇਨ ਤੋਂ ਨੀਲਾ ਤੀਰ ਹੈ ਪੋਲੈਂਡ ਦਾ, ਇੱਕ ਲਿਥੁਆਨੀਆ ਤੋਂ ਫਿਰ ਪੋਲੈਂਡ, ਉੱਥੋਂ ਫਿਰ ਜਰਮਨੀ ਵਾਲੇ ਪਾਸੇ ਨੂੰ ਕੱਢੇ ਜਾਂਦੇ ਨੇ। ਕੋਸ਼ਿਸ਼ ਕੀਤੀ ਜਾਂਦੀ ਹੈ, ਕੋਈ ਨਿਕਲ ਜਾਂਦਾ ਵਿਰਲਾ ਵਾਂਝਾ, ਬਹੁਤੇ ਰਹਿ ਵੀ ਜਾਂਦੇ ਨੇ। ਹੁਣ ਇਹ ਸਾਰਾ ਗੈਰ ਕਾਨੂੰਨੀ ਪ੍ਰਵਾਸ ਦਾ ਰੂਟ ਹੈ ਤੇ ਰੂਟ ਰਹਿਣ ਦੀ ਸੰਭਾਵਨਾ ਵੀ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਭਾਈ ਉਧਰਲੇ ਪਾਸੇ ਜਾਣਾ ਚਾਹੀਦਾ, ਪਰ ਇਹ ਸਿਰਫ ਇੱਕ ਗੱਲ ਹੈ। ਹੁਣ ਫਿਰ ਦੁਬਾਰਾ ਯੂਕਰੇਨ ਤੇ ਆਉਣੇ ਆ, ਜਿਹੜਾ ਨੀਲਾ ਨਿਸ਼ਾਨ ਲੱਗਾ ਹੋਇਆ। ਹੁਣ ਕਈਆਂ ਦੀਆਂ ਸਿੱਧੀਆਂ ਫਲਾਈਟਾਂ ਕਰਾਤੀਆਂ ਜਾਂਦੀਆਂ ਯੂਕਰੇਨ ਦੀਆਂ, ਕਈਆਂ ਨੂੰ ਮਾਸਕੋ ਵਿੱਚ ਦੀ, ਉਧਰ ਰੂਸ ਵਿੱਚ ਦੀ ਐਂਟਰ ਕਰਾਇਆ ਜਾਂਦਾ। ਉਹਨਾਂ ਕੋਲ ਕਾਗਜ਼ ਨਹੀਂ ਹੁੰਦੇ, ਮੁੰਡਿਆਂ ਕੋਲ ਗਿਣਤੀ ਉਹਨਾਂ ਦੀ ਬਹੁਤ ਥੋੜੀ ਹੈ, ਪਰ ਉਹ ਜੇਲ੍ਹਾਂ 'ਚ ਵੀ ਬੰਦ ਹੋਣਗੇ, ਉਹ ਕੈਂਪਾਂ ਦੇ ਵਿੱਚ ਵੀ ਹੋਣਗੇ,
ਉਹ ਬਾਰਡਰ ਪਾਰ ਕਰਨ ਲਈ ਜਿਹੜੇ ਏਜੰਟ ਕਹਿੰਦੇ ਜੀ ਕੋਈ ਗੱਲ ਨਹੀਂ 10 ਦਿਨਾਂ 'ਚ ਕਰਾ ਦਿੰਦੇ 20 ਦਿਨਾਂ 'ਚ ਕਰਾ ਦਿੰਦੇ, ਪਿੱਛੋਂ ਪਿੰਡੋਂ ਪੈਸੇ ਮੰਗਵਾਉਂਦੇ ਨੇ ਉਹ, ਕਿਉਂਕਿ ਇੱਕ ਭਲੀ ਜ਼ਿੰਦਗੀ ਦੇ ਲਈ ਹੁੰਦਾ ਜੀ, ਇੱਕ ਵਾਰੀ ਪੋਲੈਂਡ ਦਾ ਬਾਰਡਰ ਪਾਰ ਕਰ ਜਾਈਏ ਮੁੜ ਕੇ ਜਰਮਨ ਵੜ ਜਾਣਾ, ਫਿਰ ਪੈਸੇ ਕਮਾਵਾਂਗੇ, ਘਰਦਿਆਂ ਦਾ ਕਰਜ਼ਾ ਲਾ ਦੇਵਾਂਗੇ। ਯੂਕਰੇਨ ਦੇ ਕੈਂਪਾਂ 'ਚ ਕਈ ਪੰਜਾਬੀ, ਹਰਿਆਣਵੀ, ਇੱਥੋਂ ਤੱਕ ਕਿ ਪਾਕਿਸਤਾਨੀ, ਬੰਗਲਾਦੇਸ਼ੀ ਵੀ ਨੇ। ਲੜਾਈ ਲੱਗੀ ਆ, ਉਹਨਾਂ ਦੀ ਸੁਰਤ ਕਿਹਨੂੰ ਹੈ ਇਸ ਵੇਲੇ? ਦੂਸਰੇ ਪਾਸੇ ਜਿਹੜੇ ਅਜੇ ਬਾਰਡਰ ਪਾਰ ਕਰਨਾ ਚਾਹੁੰਦੇ ਸੀ, ਹੋ ਸਕਦਾ ਕਿ ਬਿਨਾਂ ਕਾਗਜ਼ਾਂ ਪੱਤਰਾਂ ਤੋਂ ਵੀ ਉੱਥੇ ਕੋਈ ਬੈਠੇ ਹੋਣ, ਉਹਨਾਂ ਦਾ ਵੀ ਆਪਣੇ ਆਪ ਦੇ ਵਿੱਚ ਇੱਕ ਮਸਲਾ ਹੈ। ਹੁਣ ਇਹ ਸਾਰੀ ਪ੍ਰਕਿਰਿਆ ਜਿਹੜੀ ਹੈ ਉਹ ਕਿਤੇ ਨਾ ਕਿਤੇ ਸਾਨੂੰ ਸੋਚਣ ਵਿਚਾਰਨ ਦੇ ਲਈ ਮਜਬੂਰ ਕਰਦੀ ਹੈ ਕਿ ਭਾਈ ਸਾਡੇ ਜਿਹੜੇ ਬੱਚੇ ਨੇ ਉਧਰਲੇ ਪਾਸੇ ਕਿਉਂ ਜਾ ਰਹੇ ਨੇ? ਕੀ ਰੁਜ਼ਗਾਰ ਥੋੜਾ ਹੈ? ਕਿਉਂ ਫਸ ਰਹੇ ਨੇ ਗੈਰ ਕਾਨੂੰਨੀ ਪ੍ਰਵਾਸ ਦੀ ਚੁੰਗਲ ਦੇ ਵਿੱਚ? ਕੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ? ਸੋ ਸਾਰੀਆਂ ਚੀਜ਼ਾਂ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਧਿਆਨ ਦੇ ਵਿੱਚ ਰੱਖਣੀਆਂ ਪੈਣਗੀਆਂ ਕਿ ਭਾਈ ਖਤਰੇ ਤੋਂ ਖਾਲੀ ਕੁਝ ਨਹੀਂ ਹੁੰਦਾ। ਅਸੀਂ ਨਕਸ਼ਾ ਨਹੀਂ ਦੇਖਦੇ, ਅਸੀਂ ਜੋ ਕੋਈ ਕਹਿੰਦਾ ਉਹਦੇ ਤੇ ਅੱਖਾਂ ਮੀਚ ਕੇ ਵਿਸ਼ਵਾਸ ਕਰਦੇ ਆਂ, ਅਸੀਂ ਜਾਣਕਾਰੀ ਲੈਣ ਦੀ ਕੋਸ਼ਿਸ਼ ਨਹੀਂ ਕਰਦੇ। ਕਿੰਨਿਆਂ ਕੁ ਬੰਦਿਆਂ ਨੂੰ ਪਤਾ ਸੀ ਕਿ ਯੂਕਰੇਨ ਤੇ ਰਸ਼ੀਆ 'ਚ ਟਸਲ ਚੱਲਦੀ ਹੈ? ਕਿੰਨਿਆਂ ਕੁ ਨੂੰ ਪਤਾ ਸੀ ਕਿ ਬੇਲਾਰੂਸ ਰੂਸ ਦਾ ਮਿੱਤਰ ਹੈ? ਕਿੰਨਿਆਂ ਕੁ ਨੂੰ ਪਤਾ ਸੀ ਕਿ ਭਾਈ ਪੋਲੈਂਡ, ਸਲੋਵਾਕੀਆ, ਹੰਗਰੀ, ਰੋਮਾਨੀਆ ਇਹਨਾਂ ਦੇ ਯੂਕਰੇਨ ਦੇ ਨਾਲ ਚੰਗੇ ਸੰਬੰਧ ਹੈ? ਪਰ ਬਾਰਡਰ ਕ੍ਰਾਸ ਕਰਦਿਆਂ, ਬਾਰਡਰ ਪਾਰ ਕਰਦਿਆਂ ਬਹੁਤ ਕੁਝ ਪੰਜਾਬੀਆਂ ਨੇ ਗੈਰ ਕਾਨੂੰਨੀ ਪ੍ਰਵਾਸ ਕਰਦਿਆਂ ਆਪਣੇ ਪਿੰਡੇ ਦੇ ਉੱਤੇ ਝੱਲਿਆ। ਪਰ ਉਹ ਵੱਖਰੀ ਗੱਲ ਹੈ ਕਿ ਵੱਖ-ਵੱਖ ਕਾਰਨਾਂ ਦੇ ਕਰਕੇ ਉਹ ਸੰਤਾਪ ਮੁੱਕ ਨਹੀਂ ਰਿਹਾ। ਹੁਣ ਅਜੇ ਤੱਕ ਜਿੰਨੀ ਵੀ ਗੱਲ ਯੂਕਰੇਨ ਦੀ ਹੋਈ ਸੀ ਉਹ ਸਾਰੀ ਦੀ ਸਾਰੀ ਇਸ ਪੱਖ ਤੋਂ ਹੋਈ ਸੀ ਕਿ ਸਾਡੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਉੱਥੇ ਗਏ ਉਹਨਾਂ ਨੂੰ ਬਾਹਰ ਕੱਢਿਆ ਜਾਵੇ। ਪਰ ਹੁਣ ਦੋ ਛੋਟੀਆਂ-ਛੋਟੀਆਂ ਰਿਪੋਰਟਾਂ ਤੁਹਾਨੂੰ ਹੋਰ ਦਿਖਾਉਣੀਆਂ। ਹੁਣ ਮੁੰਡੇ ਉੱਥੇ ਕੈਂਪਾਂ ਦੇ ਵਿੱਚ ਵੀ ਨੇ, ਕਿਸੇ ਦਾ ਵੀਜ਼ਾ ਐਕਸਪਾਇਰ ਹੋ ਗਿਆ, ਕੋਈ ਹੋਰ ਕਾਰਨ ਹੈ, ਕਿਉਂਕਿ ਸਿੱਧੇ ਸ਼ਾਰਟ ਟਰਮ ਕੋਰਸਿਸ ਕਰਨ ਵੀ ਜਾਂਦੇ ਆ। ਉਹਦੇ ਪਿੱਛੇ ਮੋਟਿਵ ਕੀ ਹੈ, ਮੰਤਵ ਕੀ ਹੈ, ਪਰ ਕਾਰਨ ਕੋਈ ਵੀ ਹੋਵੇ, ਇਹਨਾਂ ਬੱਚਿਆਂ ਦਾ ਵੀ ਖਿਆਲ ਰੱਖਣਾ ਕਿਸੇ ਨਾ ਕਿਸੇ ਤਰੀਕੇ। ਜਦੋਂ ਇੰਟਰਨੈਸ਼ਨਲ ਸਟੂਡੈਂਟਸ ਦਾ ਰੈਸਕਿਊ ਆਪਰੇਸ਼ਨ ਮੁਕੰਮਲ ਹੋ ਜਾਏ, ਇਹਨਾਂ ਦਾ ਵੀ ਮਾੜਾ ਮੋਟਾ ਜੇ ਸੋਚਿਆ ਵਿਚਾਰਿਆ ਜਾਏ ਤਾਂ ਚੰਗਾ।